ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 12ਵੀਂ ਸ਼ਲੋਕ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਸੁਖੀ ਕੌਣ ਬਸਦਾ ਹੈ? ਸਤਿਗੁਰ ਸਮਝਾ ਰਹੇ ਨੇ ਮਸਕੀਨੀਆਂ। ਮਸਕੀਨ ਕੌਣ ਹੁੰਦਾ ਹੈ? ਭਾਣੇ ਚੱਲਣ ਵਾਲਾ, ਜਿਹਨੇ ਆਪਾ ਤਿਆਗਤਾ, ਉਹ ਮਸਕੀਨ ਹੈ। ਆਪ ਨਿਵਾਰ ਤਲੇ, ਆਪਦੀ ਮਤ ਦਾ ਤਿਆਗ ਕਰਕੇ, ਭਗਤੀ ਕਰਕੇ, ਤਲੇ ਭਾਵ ਹਿਰਦੇ 'ਚ ਸਤਿਗੁਰ ਦੇ ਚਰਨਾਂ 'ਚ ਜਦ ਪਹੁੰਚ ਗਿਆ ਦੇਵਲੋਕ, ਉਹ ਸੁਖੀ ਵਸਦਾ ਹੈ। ਜਿਨ੍ਹਾਂ ਨੂੰ ਭੇਖ ਕਰਕੇ, ਰਾਜ ਪਾਟ ਕਰਕੇ, ਸੰਸਾਰੀ ਰੁਤਬਿਆਂ ਕਰਕੇ, ਸੰਸਾਰ ਦੀ ਸ਼ੋਭਾ ਕਰਕੇ ਜਿਨ੍ਹਾਂ ਨੂੰ ਹੰਕਾਰ ਹੋ ਜਾਂਦਾ ਹੈ, ਉਹ ਸਤਿਗੁਰ ਸਮਝਾਉਂਦੇ ਨੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਉਹ ਵਿਚਾਰੇ ਜਨਮ ਮਰਨ 'ਚ ਪਏ ਰਹਿੰਦੇ ਨੇ। ਕਿਵੇਂ ਸਾਡਾ ਛੁਟਕਾਰਾ ਹੋਵੇ ਇੱਥੋਂ? ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੇ, ਮੇਰਾ ਸਭੋ ਦੁੱਖ ਗਵਾਏ। ਦੁੱਖਾਂ ਦਾ ਨਿਵਾਰਨ ਹੋਣਾ ਹੈ ਭਾਈ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਜਾਂਦੀ ਹੈ। ਇਹ ਦੁੱਖ ਸਾਗਰ ਆ, ਅਸੀਂ ਇੱਥੇ ਇਹਨੂੰ ਸੁੱਖ ਸਾਗਰ ਬਣਾਉਣਾ ਚਾਹੁੰਦੇ ਹਾਂ। ਇਹ ਮ੍ਰਿਤ ਲੋਕ ਹੈ ਭਾਈ, ਸੁੱਖ ਸਾਗਰ ਕਿਵੇਂ ਬਣ ਸਕਦਾ ਹੈ? ਮਰਨ ਲਿਖਾਏ ਮੰਡਲ ਮੇ ਆਏ, ਮ੍ਰਿਤ ਲੋਕ ਹੈ, ਲਿਖਾ ਕੇ ਆਏ ਆ। ਸੰਮਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਬਾਇਓਡਾਟਾ ਸਾਡਾ ਲਿਖਿਆ ਗਿਆ। ਜੰਮਣਾ ਮਰਨਾ ਹੁਕਮ ਹੈ। ਬਾਣੀ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾ ਰਹੀ ਹੈ। ਡਰਦੇ ਕਿਉਂ ਅਸੀਂ? ਭੈ ਸਾਡੇ ਅੰਦਰੋਂ ਕਿਉਂ ਨਹੀਂ ਜਾਂਦਾ? ਸਾਨੂੰ ਗਿਆਨ ਨਹੀਂ ਹੈਗਾ। ਭੈ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਭੈ ਬਿਨ ਭਗਤ ਨਾ ਹੋਵੀ, ਨਾ ਸੁਖ ਬਸੇ ਮਨ ਆਏ, ਨਾਨਕ ਨਾਮ ਵੀ ਹੋਣੇ, ਜਾਸੀ ਜਨਮ ਗਵਾਏ। ਭੈ ਕਿਵੇਂ ਪੈਦਾ ਹੋ? ਗਿਆਨ ਨਾਲ। ਬਾਣੀ ਸਾਨੂੰ ਇੱਕ ਦਾ ਗਿਆਨ ਕਰਾਉਂਦੀ ਹੈ। ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸਾਰੀ ਇਹ ਖੇਲ ਸਮਝ ਆਉਂਦੀ ਹੈ। ਫਿਰ ਸਾਡੇ ਅੰਦਰ ਇਹ ਭੈ ਪੈਦਾ ਹੁੰਦਾ ਵਾ। ਸੰਸਾਰੀ ਭੈ ਖਤਮ ਹੋ ਜਾਂਦੇ ਨੇ। ਇਹ ਭੈ ਤੋਂ ਰਹਿਤ ਹੋ ਜਾਂਦੀ ਹੈ ਜੀਵ ਆਤਮਾ। ਉਹ ਅਵਸਥਾ ਵਾਲੇ ਜਾਣ ਲੈਂਦੇ ਨੇ, ਉਹ ਮਸਕੀਨ ਜਾਣ ਲੈਂਦੇ ਨੇ ਸਾਰਾ ਕੁਛ ਹੁਕਮ 'ਚ ਹੋ ਰਿਹਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਈ। ਜੇ ਅਸੀਂ ਸੰਸਾਰੀ ਧਰਮਾਂ ਕੰਨੀ ਜਾਈਏ, ਅਨੇਕਾਂ ਵਿਧੀਆਂ ਨੇ। ਫਾਸਨ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਕੋਈ ਛੁੱਟਣ ਕੀ ਤਾਂ ਗੁਰਉਪਦੇਸ਼ ਹੈ ਭਾਈ। ਇਹ ਤੁਰਕੀ ਬਾਣੀ ਹੈ, ਕਹਿੰਦੇ ਵੀ ਆਕਾਸ਼ ਬਾਣੀ ਹੈ, ਪਰ ਅਸੀਂ ਅਰਥਾ ਇਹਨੂੰ ਸੰਸਾਰੀ ਰਹੇ ਹਾਂ। ਕਹਿੰਦੇ ਵੀ ਹੈ ਤੁਰਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ। ਚਿੰਤਾ ਖਤਮ ਹੋਣੀ ਹੈ ਹਰ ਦਾ ਦਰਸ਼ਨ ਕਰਕੇ। ਬਾਣੀ ਹਰ ਕਥਾ ਹੈ ਭਾਈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਨਾਮ ਨੂੰ ਸੁਣਦੇ, ਵਿਚਾਰਦੇ, ਸਮਝੇ ਕੀ ਹੈ ਉਹ। ਸੰਸਾਰੀ ਸਾਡੇ ਦੁੱਖ ਲੈ ਜਾਂਦੇ ਨੇ। ਜੀਵ ਦਾ ਜੰਮਣ ਮਰਨ ਦਾ ਜਿਹੜਾ ਗੇੜ ਹੈ, ਗਬਨ ਹੈ, ਖਤਮ ਹੋ ਜਾਂਦਾ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਆਤਮਾ ਆਪਦੇ ਮੂਲ ਹਰ ਦਾ ਦਰਸ਼ਨ ਕਰ ਲੈਂਦੀ ਹੈ, ਇੱਕ ਹੋ ਜਾਂਦੀ ਹੈ। ਉਸ ਤੋਂ ਬਾਅਦ ਹੁਕਮ ਦਾ ਦਰਸ਼ਨ ਹੁੰਦਾ ਹੈ, ਪਰਮੇਸ਼ਰ ਦਾ, ਪਾਰ ਬ੍ਰਹਮ ਦਾ, ਜਿਹਦੇ ਨਾਲ ਸੰਸਾਰ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ। ਛੁਟਕਾਰਾ ਤਾਂ ਉਦਣ ਹੀ ਹੋ ਜਾਂਦਾ ਜਿੱਦਣ ਸਾਨੂੰ ਗੁਰੂ ਸ਼ਬਦ 'ਚੋਂ ਗਿਆਨ, ਸੰਸਾਰ ਦੀ ਸੋਝੀ, ਮਾਇਆ ਦਾ ਗਿਆਨ, ਮਾਇਆ ਦੇ ਪਤੀ ਦਾ ਗਿਆਨ, ਜੀਵ ਕਿਵੇਂ ਆਉਂਦਾ, ਕਿਵੇਂ ਜਾਂਦਾ। ਛੁਟਕਾਰਾ ਤਾਂ ਉਦੋਂ ਹੀ ਸ਼ੁਰੂ ਹੋ ਜਾਂਦਾ। ਪਰ ਜਦੋਂ ਘਰ ਪਹੁੰਚਦੇ ਹਾਂ, ਪ੍ਰਾਪਤੀ ਬਾਣੀ ਵਿੱਚ ਉਹਨੂੰ ਆਖਿਆ ਗਿਆ। ਭਗਤੀ ਸ਼ੁਰੂ ਹੁੰਦੀ ਹੈ ਸਾਡੀ ਗਿਆਨ ਨਾਲ। ਜਿੱਦਣ ਸਾਨੂੰ ਗਿਆਨ ਹੋ ਜਾਂਦਾ, ਕੋਈ ਵੀ ਹੋ ਸਕਦਾ 4 ਵਾਰਨਾ ਕੋ ਉਪਦੇਸ਼ਾਂ, ਜਾਂ ਕੋਈ ਵੀ ਉਹਨੂੰ ਸੁਣ ਸਕਦਾ। ਸੁਣਨ ਤੋਂ ਬਾਅਦ ਜੋ ਗਿਆਨ ਹੋਣਾ, ਫਿਰ ਮਨ ਨੇ ਟਿਕਣਾ। ਨਹੀਂ ਤਾਂ ਭਗਤ ਕਬੀਰ ਜੀ ਮਨ ਬਾਰੇ ਸਮਝਾਉਂਦੇ ਨੇ, ਕਬੀਰ ਮਨ ਪੰਖੀ ਪਿਓ, ਦਹਿ ਦਸ ਉੱਡ ਜਾਏ। ਉੱਡਦਾ ਫਿਰਦਾ ਹੈ ਭਾਈ, ਟਿਕਦਾ ਤਾਂ ਹੈ ਹੀ ਨਹੀਂ ਗਾ ਇਹ। ਕੋਈ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ। ਆਪਾਂ ਨਿਵਾਰਨਾ ਹੈ ਭਾਈ। ਆਪਾਂ ਅਰਦਾਸ ਵੀ ਕਰਦੇ ਹਾਂ, ਤੁਮ ਠਾਕਰ ਤੁਮ ਪੇ ਅਰਦਾਸ ਜੀਓ, ਪਿੰਡ ਸਭ ਤੇਰੀ ਰਾਸ। ਉਹਦੀ ਅੱਗੇ ਬੇਨਤੀ ਕਰਨੀ ਹੈ। ਠਾਕਰ ਹੈ, ਉਹਨੇ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ, ਨੱਥ ਪਾਈ ਹੋਈ ਹੈ। ਲਾਸਟ ਦੇ ਵਿੱਚ ਅਰਦਾਸ ਦੇ ਵਿੱਚ ਸਤਿਗੁਰ ਸਮਝਾਉਂਦੇ ਨੇ, ਨਾਨਕ ਦਾਸ ਸਦਾ ਕੁਰਬਾਨੀ। ਕੁਰਬਾਨੀ ਤੋਂ ਭਾਵ ਦਾਸਾਂ ਦਾ ਮਾਰਗ ਹੈ, ਇੱਛਾ ਦੀ ਕੁਰਬਾਨੀ ਦੇਣੀ ਹੈ। ਸਾਡੀ ਇੱਛਾ ਨਾਲ ਸੰਸਾਰ ਨਹੀਂ ਚੱਲਦਾ, ਪਰ ਅਸੀਂ ਫਿਰ ਵੀ ਹਟ ਜੋਗ ਕਰਦੇ ਹਾਂ। ਧਰਮੀ ਲੋਕ ਵੀ ਕਰਦੇ, ਆਮ ਸੰਸਾਰੀ ਲੋਕ ਵੀ ਅਸੀਂ ਕਰਦੇ ਹਾਂ।
ਸਾਡੀ ਬੁੱਧ ਵੱਲ ਨਹੀਂ ਮਾਇਆ ਆਉਂਦੀ। ਮਾਇਆ ਉਹਨੇ ਬਣਾਈ ਆ, ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਾਰੀ ਮਾਇਆ ਉਹਦੀ ਆਗਿਆ 'ਚ। ਕਿਸੇ ਨੂੰ ਕੀ ਦਿੱਤਾ, ਕਦੇ ਰਾਜਾ ਹੈ ਜੀਵ, ਕਦੇ ਭਿਖਾਰੀ, ਉਹਦਾ ਖੇਲ ਹੈ। ਇਹਦੇ ਵਿੱਚ ਕਿਸੇ ਦਖਲਅੰਦਾਜ਼ੀ ਨਹੀਂ ਚੱਲਦੀ, ਵਿਧੀ ਹੈ ਸੰਸਾਰ। ਪਰ ਅਸੀਂ ਉਹ ਵਿਧੀਆਂ ਨਾਲ ਜੁੜ ਜਾਂਦੇ ਹਾਂ। ਕੋਈ ਸਤਿਗੁਰਾਂ ਨੇ ਸਾਨੂੰ ਸਮਝਾਇਆ, ਆਪ ਨਿਵਾਰ ਤਲੇ ਆਪਾ ਨਿਵਾਰਨਾਮਾ। ਆਪਣੀ ਮੱਤ ਦਾ ਤਿਆਗ ਕਰਨਾ ਹੈ। ਮਨ ਕੀ ਤਿਆਗੇ ਮੱਤੜੀ ਸੰਗ ਉਪਾਲੇ ਜਾਣ। ਜੇ ਸਾਡੀ ਮੱਤ ਦਾ ਤਿਆਗ ਹੁੰਦਾ ਹੈ, ਮਨ ਬੁੱਧੀ ਆਪਦੀ ਜਿਹੜੀ ਹੈਗੀ ਹੈ ਮੱਤ ਦਾ ਤਿਆਗ ਕਰ ਦਿੰਦੇ ਨੇ, ਫਿਰ ਇਹ ਹਰ ਚ ਲੈ ਹੁੰਦੇ ਨੇ। ਘੱਟ ਘੱਟ ਮੇ ਹਰ ਜੂ ਵਸੇ ਸੰਤਨ ਕਿਹੋ ਪੁਕਾਰ। ਅਨੇਕਾਂ ਬਾਣੀ ਉਪਦੇਸ਼ ਦੇ ਕੇ ਸਾਨੂੰ ਸਮਝਾ ਰਹੀ ਹੈ। ਅੰਤਰ ਤੇਰੇ ਹਰ ਵਸੇ ਅੰਤਰ ਦੇਵ ਨ ਜਾਣੇ ਅੰਧ। ਅਸੀਂ ਬਾਹਰ ਲੱਭਦੇ ਫਿਰਦੇ ਹਾਂ ਦੇਵ ਨੂੰ, ਕਿਉਂਕਿ ਅਸੀਂ ਬਾਹਰ ਨੂੰ ਦੇਖਦੇ ਹਾਂ ਨਾ। ਜਦੋਂ ਅਸੀਂ ਉੱਠਦੇ ਹਾਂ ਸੁੱਤੇ, ਸਿੱਧੀ ਸਾਡੀ ਸੁਰਤ ਬ੍ਰੇਨ 'ਚ ਆਉਂਦੀ ਹੈ, ਸੰਸਾਰ ਨਾਲ ਜੁੜ ਜਾਂਦੇ ਹਾਂ। ਅਸੀਂ ਸਾਰਾ ਦਿਨ ਕਲਪਨਾ ਕਰਦੇ ਹਾਂ, ਜਿੰਨੀ ਕੁ ਐਨਰਜੀ ਇਕੱਠੀ ਕੀਤੀ ਹੁੰਦੀ ਹੈ ਉਹ ਖਰਚ ਕੇ ਫਿਰ ਸੌਂ ਜਾਂਦੇ ਹਾਂ। ਸੌਂਨੇ ਉੱਥੇ ਜਾ ਕੇ ਉਹਦੇ ਚਰਨਾਂ 'ਚ, ਗੁਰ ਕੇ ਚਰਨਾਂ ਦੇ ਵਿੱਚ। ਹੁਣ ਆਪਾਂ ਜਾਗ ਕੇ ਜਾਣਾ, ਮਦਹੋਸ਼ ਹੋ ਕੇ ਨਹੀਂ ਜਾਣਾ, ਸੰਸਾਰੀ ਨਸ਼ੇ 'ਚ ਨਹੀਂ ਜਾਣਾ। ਸੰਸਾਰੀ ਬਹੁਤ ਵੱਡਾ ਨਸ਼ਾ ਹੈ, ਮਾਇਆ ਦਾ ਵੀ, ਸੰਸਾਰੀ ਵਡਿਆਈ ਦਾ। ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲੈ ਲੈਂਦੇ ਹਾਂ। ਫਰੀਦਾ ਧਨ ਜੋਬਨ ਵਡਿਆਈਆਂ, ਗਰਭ ਜਿਨ੍ਹਾਂ ਆਗਾ, ਖਾਲੀ ਚਲੇ ਧਣੀ ਜੋ ਟਿੱਬੇ ਮਹਾ। ਭਗਤ ਕਬੀਰ ਜੀ ਸਮਝਾਉਂਦੇ ਆ, ਬਾਬਾ ਫਰੀਦ ਜੀ ਸਮਝਾਉਂਦੇ ਨੇ, ਜਿਨ੍ਹਾਂ ਨੂੰ ਹੰਕਾਰ ਹੋ ਜਾਂਦਾ ਸੰਸਾਰ ਦੀ ਵਡਿਆਈ ਦਾ, ਸੋਭਾ ਦਾ, ਉਹ ਐਂ ਸੰਸਾਰ ਤੋਂ ਖਾਲੀ ਚਲੇ ਜਾਂਦੇ ਨੇ ਜਿਵੇਂ ਟਿੱਬੇ 'ਚ ਮੀਂਹ ਪੈਂਦਾ ਵਾ। ਇਹ ਹੰਕਾਰ ਨਹੀਂ ਕਰਨਾ। ਭਾਈ ਥੱਲੇ ਵਾਲੇ ਪੱਖ 'ਚ ਆਪਾਂ ਨੂੰ ਸਮਝਾਇਆ, ਸਤਿਗੁਰਾਂ ਨੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਫਿਰ ਉਹਨੂੰ ਜੰਮਣ ਮਰਨ ਨੂੰ ਜਾਣਾ ਪੈਂਦਾ ਵਾ। ਆਪਾਂ ਦੂਆ ਸਲੋਕ, ਆਪਾਂ ਇੱਕ ਸ਼ਬਦ ਲੈ ਲਈਏ ਸਤਿਗੁਰਾਂ ਦਾ, ਪੰਨਾ ਨੰਬਰ 713, ਢੋਡੀ ਮਹੱਲਾ ਪੰਜਵਾਂ। ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਊਗਾ ਕਿਹੜੀ ਅਵਸਥਾ 'ਚ ਜਾ ਕੇ ਮਸਕੀਨ ਬਣਦਾ, ਆਪਾ ਆਪ ਛੱਡਦਾ ਹੈ। ਢੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਰਹਾਉ ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਲਿਹੋ ਅਵਾਰੀ। ਸਦਵਿਕ ਸੰਤ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਸੇ ਪਰਿਓ, ਰਾਖ ਲਿਓ ਇਹ ਵਾਰੀ। ਹੁਣ ਆਪਾਂ ਸਤਿਗੁਰਾਂ ਦੇ ਬਚਨ ਨੂੰ ਵਿਚਾਰੀਏ, ਕੀ ਸਮਝਾਉਂਦੇ ਆ ਪੰਚਮ ਪਾਤਸ਼ਾਹ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਦੀ ਸਰਨ ਅਸੀਂ ਭਾਈ ਤਾਂ ਜਾ ਸਕਦੇ ਹਾਂ ਜੇ ਨਾਮ ਦੀ ਭੁੱਖ ਹੋਊਗੀ। ਸੰਸਾਰੀ ਵੀ ਸਤਿਗੁਰ ਹੈਗਾ ਸਰੀਰ ਕਰਕੇ, ਸਾਧ ਸੰਤ ਵੀ ਨੇ, ਬ੍ਰਹਮ ਗਿਆਨੀ ਨੇ, ਉਹ ਸਾਡਾ ਭਰਮ ਹੀ ਹੈ। ਉਹ ਸਾਰੇ ਜਿੰਨੇ ਕਰਮ ਅਸੀਂ ਕਰਦੇ ਹਾਂ ਸਰੀਰ ਕਰਕੇ ਨੇ। ਧਰਮ ਕਰਮ ਪਖੰਡ ਜੋ ਦਿਸੇ, ਜੰਮ ਜਗਾਤੀ ਲੋਟੇ। ਜੰਮ ਇੱਥੇ ਰਖਾ ਲੈਂਦਾ। ਇੰਨਾ ਕੁ ਤਾਂ ਆਪਾਂ ਨੂੰ ਗਿਆਨ, ਆਪਾਂ ਦੇਖਦੇ ਹੀ ਹਾਂ ਸੰਸਾਰ ਦੇ ਵਿੱਚ ਕੀ ਹੋ ਰਿਹਾ। ਬੜੇ ਬੜੇ ਆਪਦੇ ਆਪ ਨੂੰ ਕਹਾਉਣ ਵਾਲੇ ਰਿਸ਼ੀ ਮੁਨੀ, ਸਾਧ ਸੰਤ, ਉਹਨਾਂ ਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਵਿਚਾਰਿਆਂ ਦਾ। ਕਿਉਂ ਹੋ ਜਾਂਦਾ ਹੈ? ਕਿਉਂਕਿ ਗੁਰੂ ਤੋਂ ਵਾਂਝੇ ਚੱਲਦੇ ਨੇ, ਉਹ ਆਪ ਵੱਡੇ ਬਣ ਜਾਂਦੇ ਨੇ। ਅਸੀਂ ਗੁਰ ਕੀ ਮੱਤ ਲੈ ਕੇ ਜਾਣਾ। ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿੰਨੇ ਵੀ ਅਸੀਂ ਦੇਖ ਰਹੇ ਹਾਂ ਸਿਆਣੇ ਸਾਰੇ ਡੁੱਬ ਗਏ। ਅਸੀਂ ਵੀ ਗੁਰੂ ਨੂੰ ਛੱਡਤਾ, ਅਸੀਂ ਵੀ ਡੁੱਬ ਜਾਵਾਂਗੇ। ਅਸੀਂ ਗੁਰੂ ਦਾ ਪੱਲਾ ਫੜ ਕੇ ਰੱਖਣਾ ਭਾਈ, ਗੁਰ ਸ਼ਬਦ ਦਾ ਗਿਆਨ ਲੈਂਦੇ ਰਹਿਣਾ, ਵਿਚਾਰਦੇ ਰਹਿਣਾ, ਮਨ ਨੂੰ ਘੂਰ ਕੇ ਰੱਖਣਾ, ਭਾਣੇ 'ਚ ਰਹਿਣਾ। ਇਹੀ ਭਗਤੀ ਹੈ ਭਾਈ। ਸਤਿਗੁਰ ਸਮਝਾਉਂਦੇ ਨੇ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਚਿੰਤਾ ਜਾਂਦੀ ਹੈ ਜਦੋਂ ਨਾਮ ਹੁਕਮ ਦਾ ਦਰਸ਼ਨ ਹੁੰਦਾ ਹੈ ਭਾਈ। ਸਤਿਗੁਰ ਦੀ ਸ਼ਰਨ ਤਾਂ ਤਾਈਓ ਜਾਵਾਂਗੇ ਜੇ ਆਪਾਂ ਭਾਈ ਬਾਹਰਲਾ ਕੰਮ ਮੁੱਕੂਗਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਦੀ ਭਗਤੀ ਹੈ ਭਾਈ। ਨਾਮ ਕੀ ਹੈ? ਹੁਕਮ। ਨਾਮੇ ਉਤਪਤ ਨਾਮੇ ਹੀ ਪਰਲ। ਉਹੀ ਤਾਂ ਵੱਡੀ ਸ਼ਕਤੀ ਹੈ, ਉਹੀ ਤਾਂ ਪਾਰ ਬ੍ਰਹਮ ਹੈ। ਸਾਰੀ ਕਾਇਨਾਤ ਸੱਚਖੰਡ ਦਾ ਹੁਕਮ ਜਿਹੜਾ ਹੈ ਉਹੀ ਤਾਂ ਨਾਮ ਹੈ। ਉਹਦੇ ਨਾਲ ਤਾਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਉਹਦੇ ਨਾਲ ਸਮਾਪਤ ਹੁੰਦੀ ਹੈ, ਉਹਦੇ ਸਾਰਾ ਕੰਟਰੋਲ ਦੇ ਵਿੱਚ ਹੈ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਜਿਹੜੇ ਬੁੱਝ ਲੈਂਦੇ ਨੇ ਭਾਈ ਹੁਕਮ ਨੂੰ, ਉਹਨਾਂ ਦਾ ਹੰਕਾਰ ਚੱਲਿਆ ਜਾਂਦਾ ਹੈ। ਗੁਰਚਰਨਾਂ ਨਾਲ ਜੁੜ ਜਾਂਦੇ ਆ। ਗੁਰਚਰਨ ਤੋਂ ਭਾਵ ਬਾਣੀ, ਗੁਰ ਸ਼ਬਦ ਨਾਲ ਜੁੜ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਦਾਤਾ ਰਹਿਮਤ ਕਰ, ਸਾਡੇ 'ਤੇ ਕਿਰਪਾ ਰਹਿਮਤ ਕਰ, ਨਾਮ ਦੀ ਪ੍ਰਾਪਤੀ ਹੋਏ।
ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਏ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖਤਾ ਭਾਈ ਨਾਮ ਹੈ, ਅਸੀਂ ਮਾਇਆ ਚੋਂ ਇਕੱਠੀ ਕਰਦੇ ਹਾਂ। ਮਾਇਆ ਤਾਂ ਹੈ ਸਰੀਰ ਦੀ ਖੁਰਾਕ, ਉਹ ਵੀ ਤਾਂ ਕੁਦਰਤ ਨੇ ਦਿੱਤੀ ਹੈ। ਜਿਸ ਧਨ ਕੋ ਚਾਰ ਕੋਟ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ। ਉਹ ਵੀ ਸੁਪਨੀ ਸਤਿਗੁਰਾਂ ਨੇ ਸਮਝਾਇਆ ਵੀ ਜੇ ਸੰਸਾਰੀ ਦੌਲਤ ਵੀ ਉਹ ਵੀ ਤਾਂ ਉਹਦੀ ਕਿਰਪਾ ਹੈ ਭਾਈ। ਮਿਲੇ ਸੂਖ ਨਾਮ ਹਰ ਸੋਭਾ ਦਾਤਾ। ਹਰੀ ਦਾ ਗਿਆਨ ਹੋ ਜੇ, ਸਾਨੂੰ ਹਰ ਕਥਾ ਸਮਝ ਆ ਜਾਵੇ, ਅਸੀਂ ਸੋਭਾ ਕਰੀਏ ਤੇਰੀ, ਸਾਡੀ ਚਿੰਤਾ ਖਤਮ ਹੋ ਜਾਏ। ਕਿਉਂਕਿ ਜਦੋਂ ਆਪਾਂ ਜਸ ਕਰਦੇ ਹਾਂ ਕੁਦਰਤ ਦਾ, ਇਹ 'ਚੋਂ ਚਿੰਤਾ ਖਤਮ ਹੋ ਜਾਂਦੀ ਹੈ ਸਾਡੀ, ਗਿਆਨ ਵੱਧਦਾ ਚਲਿਆ ਜਾਂਦਾ, ਮਨ ਬੁੱਧੀ ਭੈ ਰਹਿਤ ਹੋ ਜਾਂਦੇ ਨੇ, ਭਾਵ ਦਸਵੇਂ ਦੁਆਰ ਦੇਵਲੋਕ ਪਹੁੰਚ ਜਾਂਦੇ ਨੇ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਮਿਲੇ ਸੂਖ ਨਾਮ ਹਰ ਸੋਭਾ। ਆਪਾਂ ਅਨੇਕਾਂ ਉਪਦੇਸ਼ ਰੋਜ਼ ਪੜ੍ਹਦੇ ਵਿਚਾਰਦੇ ਵੀ ਹਾਂ, ਗਾਉਂਦੇ ਹਾਂ, ਕੀਰਤਨੀਏ ਵੀ ਗਾਉਂਦੇ ਨੇ। ਸੁਖ ਤੇਰਾ ਦਿੱਤਾ ਲਈਏ, ਬਿਨ ਸਤਿਗੁਰ ਸੇਵੇ ਬਹੁਤ ਦੁੱਖ ਪਾਇਆ। ਵਿਚਾਰਨਾ ਅਮਲ ਕਰਨਾ, ਆਪਾਂ ਆਪਣੀ ਮੱਤ ਨਾਲ ਆਪਾਂ ਦੁੱਖ ਇਕੱਠੇ ਕਰ ਸਕਦੇ ਹਾਂ, ਸੁੱਖ ਨਹੀਂ ਇਕੱਠੇ ਕਰ ਸਕਦੇ। ਗੁਰ ਕੀ ਮੱਤ ਲੈਣੀ ਹੈ ਭਾਈ। ਗੁਰ ਕੀ ਮੱਤ ਕੀ ਹੈ? ਗਿਆਨ ਮੱਤ ਹੈ, ਗਿਆਨੀਆਂ ਦਾ ਮਾਰਗ ਹੈ। ਗੁਰ ਸਾਹਿਬ 'ਚੋਂ ਸਾਨੂੰ ਕੀ ਪੈਦਾ ਹੋਣਾ? ਗਿਆਨ। ਇਹ ਪਹਿਲਾ ਪਦਾਰਥ ਆਪਣਾ, ਫਿਰ ਸੰਤੋਖ ਮੁਕਤੀ, ਫਿਰ ਸਾਡੀ ਭਗਤੀ ਸ਼ੁਰੂ ਹੋਣੀ। ਇਹੀ ਮੰਗਣਾ ਹੈ ਭਾਈ, ਇਹੀ ਅਰਦਾਸ ਕਰਨੀ ਹੈ। ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ। ਅਵਰ ਨਾ ਸੂਝੇ ਦੂਜੀ ਠਾਰ, ਹਰ ਭਰਿਓ ਤੋ ਦੁਆਰੀ। ਜਿਹੜੇ ਗੁਰਸਿੱਖ ਸੰਗਤ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਗੁਰਬਾਣੀ ਇਸ ਜਗ ਮੇ ਚਾਨਣ ਕਰਮ ਬਸੇ ਮਨ। ਆਏ ਕਿਰਪਾ ਨਾਲ ਮਨ 'ਚ ਵਸਦੀ, ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਹਰ ਦਾ ਦਰਸ਼ਨ ਹੋ ਜਾਂਦਾ। ਦੂਜੀ ਠੌਰ ਉਹਨੂੰ ਦਿੰਦਾ ਹੀ ਨਹੀਂ ਕੁਛ। ਇੱਕ ਤਾਂ ਹੈ, ਪਰ ਅਸੀਂ ਜਦੋਂ ਸੰਸਾਰੀ ਮਾਇਆ ਨਾਲ ਜੁੜੇ ਰਹਿੰਦੇ, ਉਹ ਸਾਡਾ ਭਰਮ ਰਹਿੰਦਾ। ਉਸ ਅਵਸਥਾ 'ਚ ਜਾ ਕੇ ਸਮਝ ਆਉਂਦਾ ਦੂਜੀ ਦੇ ਠੌਰ ਹੈ ਹੀ ਨਹੀਂ ਕੋਈ, ਇੱਕ ਹੀ ਹੈ। ਹਾਰ ਭਰਿਓ ਤੋ ਦੁਆਰੀ। ਹਾਰਦਾ ਕੌਣ ਹੈ? ਜਿਹੜੇ ਆਪਣੀ ਮੱਤ ਦਾ ਤਿਆਗ ਕਰਦੇ ਨੇ, ਜਿਹਨਾਂ ਦਾ ਹੰਕਾਰ ਖਤਮ ਹੋ ਜਾਂਦਾ ਵਾ। ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੇ, ਛੁੱਟ ਜਾਏ ਪਰਮਾਈ। ਜਦੋਂ ਕਿਰਪਾ ਰਹਿਮਤ ਹੁੰਦੀ ਹੈ, ਫਿਰ ਮੋਹ ਮਾਨ ਤੋਂ ਛੁੱਟਦਾ ਹੈ ਸੰਸਾਰ ਤੋਂ, ਫਿਰ ਇਹ ਸੁਖ ਸਾਗਰ ਚਲਿਆ ਜਾਂਦਾ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਹੁਣ ਦੁੱਖ ਸਾਗਰ ਨੂੰ ਇਹ ਸੁਖ ਸਾਗਰ ਬਣਾ ਰਿਹਾ। ਅੱਜ ਤੱਕ ਤਾਂ ਬਣਿਆ ਨਹੀਂ ਭਾਈ, ਨਾ ਇਹ ਬਣਨਾ। ਇਹ ਮ੍ਰਿਤ ਲੋਕ ਹੈ, ਸਾਨੂੰ ਛੱਡਣਾ ਪੈਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਲੇਖਾ ਛੋੜ ਅਲੇਖੇ ਛੁੱਟੇ, ਹਮ ਨਿਰਗੁਣ ਲਿਹੋ ਵਾਰੀ। ਲੇਖਾ ਕੀ ਹੈ? ਜਿਹੜਾ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ, ਇਹੀ ਤਾਂ ਲੇਖਾ ਵਾ। ਹੁੰਦਾ ਤਾਂ ਸਾਰਾ ਕੁਛ ਹੁਕਮ 'ਚ ਹੈ, ਪਰ ਅਸੀਂ ਮੰਨਦੇ ਨਹੀਂ, ਲੇਖਾ ਲਿਖੀ ਜਾਂਦੇ ਹਾਂ, ਹੁਕਮ ਦਾ ਵਿਰੋਧ ਕਰਦੇ ਹਾਂ। ਅਲੇਖੇ, ਅਲੇਖ ਤੋਂ ਪਰੇ ਹੋਣਾ ਅਸੀਂ। ਛੁੱਟੇ ਹਮ ਨਿਰਗੁਣ ਲਿਹੋ ਵਾਰੀ। ਦਾਤਾ ਸਾਡੇ 'ਤੇ ਕਿਰਪਾ ਰਹਿਮਤ ਕਰ। ਲੇਖਾ ਕਦੋਂ ਖਤਮ ਹੁੰਦਾ ਹੈ? ਜਦੋਂ ਗੁਰ ਸ਼ਬਦ 'ਚੋਂ ਗਿਆਨ ਸਾਨੂੰ ਮਿਲਦਾ ਵਾ, ਬੁੱਧੀ ਮਨ 'ਤੇ ਵਿਜੇ ਪ੍ਰਾਪਤ ਕਰ ਲੈਂਦੀ ਆ। ਮਨ ਜੀਤੇ ਜਗ ਜੀਤ ਦਾ ਵੀ ਇਹੀ ਭਾਵ ਹੈ। ਫਿਰ ਸਾਡਾ ਲੇਖਾ ਖਤਮ ਹੋ ਜਾਂਦਾ, ਸੰਤੋਖ 'ਚ ਆ ਜਾਂਦਾ ਮਨ, ਕਲਪਨਾ ਖਤਮ ਹੋ ਜਾਂਦੀ ਹੈ, ਸਾਡਾ ਕਾਲ ਤੋਂ ਛੁਟਕਾਰਾ ਹੋ ਜਾਂਦਾ। ਉਹ ਦੂਜਾ ਪਦਾਰਥ ਆਪਣਾ ਮੁਕਤੀ, ਉਸ ਅਵਸਥਾ ਜਾ ਕੇ ਸਾਡਾ ਲੇਖਾ ਸੁਣ। ਫਿਰ ਇਹ ਬੇਨਤੀਆਂ ਕਰਦਾ, ਹਮ ਨਿਰਗੁਣ ਲਿਹੋ ਵਾਰੀ। ਗੁਣ ਤਾਂ ਕੋਈ ਨਹੀਂ, ਪਰ ਆਪਦੇ ਆਪ ਨੂੰ ਗੁਣਵਾਨ ਮੰਨੀ ਬੈਠਾ ਹੈ। ਸਰੀਰ ਕਰਕੇ, ਭੇਖ ਕਰਕੇ, ਸਾਰੀ ਡਿਗਰੀਆਂ ਪੂਰੀਆਂ ਕਰੀ ਬੈਠਾ ਵਾ। ਜਦੋਂ ਕਾਲ ਆਉਂਦਾ, ਸਹਿ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ, ਨਾਲ ਇੱਕ ਨਹੀਂ ਚੱਲਦੀ ਭਾਈ। ਤਾਂ ਗੁਰ ਕੀ ਸਮਝਾਉਂਦੇ ਆ? ਲੇਖਾ ਛੋੜ ਲੇਖੇ ਛੁੱਟੇ, ਹਮ ਨਿਰਗੁਣ ਲਿਹੋ ਵਾਰੀ। ਸਦਾ ਬਖਸ਼ੰਦ ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ। ਭਾਈ ਸਾਰਿਆਂ ਦਾ ਹੀ ਆਧਾਰ ਹੈ, ਸਾਰਿਆਂ ਦੀ ਪਿੱਠਪਾਲ ਕਰਦਾ। ਆਪਾਂ ਸਤਿਗੁਰਾਂ ਦੀ ਵਚਨ ਲੈ ਲਿਆ, ਪੰਜਵੇਂ ਪਾਤਸ਼ਾਹ ਦਾ ਸ਼ਬਦ ਆ ਉਹ ਵੀ। ਮਿਹਰਬਾਨ ਸਾਹਿਬ ਮਿਹਰਬਾਨ, ਜੀ ਸਗਲ ਕੋ ਦੇਵੇ ਦਾਨ। ਸਾਰਿਆਂ ਨੂੰ ਦਾਨ 'ਚ ਦੇ ਰਿਹਾ। ਕੀ ਦੇ ਰਿਹਾ? ਹਵਾ ਪਾਣੀ ਪਾਉਣ, ਸਾਰਾ ਕੁਛ ਤਾਂ ਫਰੀ 'ਚ ਦੇ ਰਿਹਾ ਵਾ। ਭਾਵੇਂ ਅਗਨ ਕੱਢੇ ਬਗੈਰ ਸੂਰਜ ਟਾਈਮ ਨਾਲ ਆ ਜਾਂਦਾ ਵਾ। ਸੂਰਜ ਸਾਨੂੰ ਕਿਹੜਾ ਬਿੱਲ ਭੇਜਦਾ ਭਾਈ? ਹਵਾ ਕਿਹੜੀ ਬਿੱਲ ਭੇਜਦੀ ਹੈ? ਸਾਰਾ ਫਰੀ 'ਚ ਦਿੱਤਾ ਹੋਇਆ ਜੀਵਾਂ ਖਾਤਰ ਉਹਨੇ ਬਣਾਇਆ ਵਾ। ਹਵਾ ਨਾਲ ਜੀਵਨ ਹੈ ਸਾਡਾ ਸੰਸਾਰੀ, ਅਤਰੀਬ ਜੀਵਨ ਸਾਡਾ ਉਹਦੇ ਹੁਕਮ ਨਾਲ ਹੈ, ਉਹਦੀ ਕਿਰਪਾ ਨਾਲ ਸਾਡਾ ਹਾਰਟ ਚੱਲਦਾ ਵਾ। ਸਤਿਗੁਰ ਸਮਝਾਉਂਦੇ ਆ, ਸਦਾ ਬਖਸ਼ੰਦ ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ। ਸਤਿਗੁਰਾਂ ਨੇ ਸਮਝਾਇਆ, ਮਿਹਰਬਾਨ ਮਿਹਰਬਾਨ ਸਹਿ ਮੇਰਾ ਮਿਹਰਬਾਨ, ਜੀ ਸਗਲ ਕੋ ਦੇਵਨ। ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖੇਗਾ ਸਿਰਜਣਹਾਰ। ਅਸੀਂ ਡੋਲਦੇ ਕਿਉਂ? ਸਾਨੂੰ ਗਿਆਨ ਨਹੀਂ ਹੈ, ਸੱਚ ਦਾ ਗਿਆਨ ਨਹੀਂ ਹੈਗਾ ਸਾਨੂੰ। ਉਹੀ ਸਤਿਗੁਰ ਸਮਝਾਉਂਦੇ ਨੇ। ਸਦਾ ਬਖਸ਼ੰਦ, ਉਹਦੇ ਚਰਨਾਂ 'ਚ ਪਹੁੰਚਣਾ ਆਪਾਂ ਭਾਈ। ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ, ਸਾਰਿਆਂ ਦਾ ਆਧਾਰ ਹੈ, ਸਾਰਿਆਂ ਦਾ ਖਿਆਲ ਰੱਖਦਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭ ਨਾਸਾ ਦੀ ਬਾਤ ਸਤਿਗੁਰਾਂ ਨੇ ਸਮਝਾਇਆ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਵਾਰੀ। ਇਹ ਮੌਕਾ ਹੈ ਭਾਈ। ਹੁਣ ਸਤਿਗੁਰ ਸਮਝਾਉਂਦੇ ਨੇ, ਸੰਤ ਲੋਕ ਜਾਣਾ ਆਪਾਂ। ਨਾਨਕ ਵਧਾ ਘਰ ਤਹਾਂ, ਜਾਂ ਮਿਰਤ ਨਾ ਜਨਮ ਜਰਾ। ਉੱਥੇ ਜੰਮਣ ਮਰ ਨਹੀਂ ਹੈਗਾ ਭਾਈ, ਨਾ ਸਰੀਰ ਆ। ਪਰ ਉਹ ਸਲੋਕ ਵੀ ਪੜ੍ਹਦੇ ਆ, ਜਿੰਨੀ ਨਾਮ ਤੇ ਆਇਆ ਕਹੇ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਧਿਆਨ ਨੇ ਜਾਣਾ ਉੱਥੇ ਭਾਈ, ਸਰੀਰ ਨੇ ਤਾਂ ਜਾਣਾ ਨਹੀਂ। ਸੰਤ ਲੋਕ ਰੋਜ਼ ਪੜ੍ਹਦੇ ਵੀ ਹਾਂ ਅਸੀਂ।
ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਉੱਚੀ ਜਾਤੀ ਉੱਚੇ ਰੁਤਬੇ ਇੱਥੇ ਹੀ ਰਹਿ ਜਾਂਦੇ ਨੇ। ਜਦੋਂ ਕਾਲ ਆਉਂਦਾ ਇੱਕ ਵੀ ਨਹੀਂ ਚੱਲਦੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਆਓ ਸਾਰੇ ਮਿਲ ਕੇ ਆਪਾਂ ਚੰਗੀ ਤਰ੍ਹਾਂ ਦੋਵੇਂ ਪੱਖ ਵਿਚਾਰੇ ਨੇ। ਸਤਿਗੁਰ ਕੀ ਸਮਝਾਉਣਾ ਚਾਹੁੰਦੇ? ਅਸੀਂ ਮਸਕੀਨ ਦੀ ਅਵਸਥਾ ਪ੍ਰਾਪਤ ਕਰੀਏ, ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ, ਅਸੀਂ ਵੀ ਸੁਖ ਸਾਗਰ ਜਾਈਏ। ਪਰ ਅਸੀਂ ਇੱਥੇ ਸੁੱਖ ਭਾਲੀ ਜਾਂਦੇ ਤਾਂ ਮ੍ਰਿਤ ਲੋਕ ਹੈ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਸੰਤ ਲੋਕ ਪਹੁੰਚਣਾ, ਉਹਨੂੰ ਦੇਵ ਲੋਕ ਕਿਹਾ ਹੋਇਆ ਭਾਈ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਦੋ ਹੀ ਪੱਖ ਸਮਝਾਏ ਨੇ। ਸੁਖੀ ਕੌਣ ਬਸਦਾ ਭਾਈ? ਜਿਹੜਾ ਆਪਾਂ ਨਿਵਾਰ ਦਿੰਦਾ, ਤਿਆਗ ਕਰ ਦਿੰਦਾ, ਭਗਤੀ 'ਚ ਲੱਗ ਜਾਂਦਾ। ਇਹੀ ਤਾਂ ਭਗਤੀ ਹੈ ਭਾਈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀਏ। ਭਗਤੀ ਕਰਨੀ ਹੈ, ਕਿਵੇਂ ਕਰਾਂਗੇ? ਗੁਰ ਕੀ ਮਤ ਲੈ ਕੇ। ਭਗਤ ਕਬੀਰ ਜੀ ਸਮਝਾਉਂਦੇ ਆ, ਉਪਜਿਆ ਸਹਿਜ ਗਿਆਨ ਮਤ ਜਾਗੀ। ਫਿਰ ਜੋ ਗਿਆਨ ਮਤ ਪੈਦਾ ਹੁੰਦੀ ਹੈ, ਫਿਰ ਮਨ ਬੁੱਧੀ ਸ਼ਾਂਤ ਹੋ ਕੇ ਆਪਦੇ ਮੂਲ ਹਰ ਦਾ ਦਰਸ਼ਨ ਕਰ ਲੈਂਦੇ, ਇੱਕ ਹੋ ਜਾਂਦੇ ਨੇ। ਇੱਕ ਹੋਏ ਤੋਂ ਬਾਅਦ ਫਿਰ ਨਾਮ ਦਾ ਦਰਸ਼ਨ ਹੁੰਦਾ ਸਾਨੂੰ। ਨਾਮ ਤੋਂ ਬਾਅਦ ਜਦੋਂ ਹੁਕਮ 'ਚ ਲਏ ਹੁੰਦੇ ਹਾਂ ਅਸੀਂ, ਫਿਰ ਸਾਡਾ ਜਨਮ ਹੁੰਦਾ ਹੈ। ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ। ਆਪਾਂ ਪਿੱਛੇ ਵੀ ਵਿਚਾਰੇ ਆ, ਵਿਚਾਰਦੇ ਰਹਾਂਗੇ, ਸਾਨੂੰ ਸਮਝ ਆ ਜਾਵੇ ਚੰਗੀ ਤਰ੍ਹਾਂ ਸਾਨੂੰ ਸੰਸਾਰ 'ਚ ਆਉਣ ਦਾ ਸਾਡਾ ਕੀ ਕਾਰਨ ਆ, ਕਿਸ ਕਾਰਨ ਤੁਮ ਜਗ ਆਏ ਭਾਈ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਹਿੰਦੇ ਜਿਹੜੇ ਗੁਰ ਨੂੰ ਛੱਡ ਕੇ ਵੱਡੇ ਬਣ ਜਾਂਦੇ ਨੇ, ਆਪ ਉਧਰੇ ਹੁੰਦੇ ਨੇ, ਸੰਸਾਰ ਦੀ ਬੜਾਈਆਂ 'ਚ ਫਸ ਜਾਂਦੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ? ਉਹ ਲੋਕਾਂ ਨੂੰ ਤਾਂ ਉਪਦੇਸ਼ ਕਰਦੇ ਨੇ ਭਾਈ, ਆਪ ਨਹੀਂ ਕਮਾਈ ਕਰਦੇ। ਕਬੀਰ ਔਰੋਂ ਕੋ ਉਪਦੇਸ਼ ਤੇ, ਮੁਖਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ, ਖਾਇਆ ਕਰ ਕਾ ਖੇਤ। ਉਹਨਾਂ ਦਾ ਆਪਦਾ ਜੀਵਨ ਜਾ ਰਿਹਾ, ਦੂਏ ਨੂੰ ਉਪਦੇਸ਼ ਕਰਦੇ ਨਹੀਂ ਭਾਈ ਆਪਾਂ ਇਹ ਕਮਾਈ ਕਰਨੀ ਹੈ, ਗੁਰਸਿੱਖ ਬਣਨਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਗਾਵੇ ਪਾਰ। ਨਦਰ ਕਿਰਪਾ ਉਹਨੇ ਕਰ ਦੇਣੀ, ਅਸੀਂ ਪਾਰ ਨਿਕਲ ਜਾਣਾ। ਮਾਇਆ ਪਾਰ ਕਰਨੀ ਹੈ, ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ। ਮਾਇਆ ਤੋਂ ਪਾਰ ਹੈ। ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਕੀਰਤਨ ਸੋਲਾ ਵੀ ਕਰਦੇ ਹਾਂ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਮਨੁੱਖਾ ਦੇਈ ਮਿਲੀ ਹੈ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ। ਉਹ ਸੱਜਣਾ ਅੰਤਰਾਤਮਾ ਦੀ ਆਵਾਜ਼, ਜਿਹਨੂੰ ਸੁਆਮੀ ਕਿਹਾ ਹੋਇਆ। ਹਰ ਸੱਜਣ ਸੁਆਮੀ ਮੋਰਾ ਮਿੱਠ ਬੋਲੜਾ ਜੀ। ਉਹਦੇ ਰੰਗ 'ਚ ਰੰਗਣਾ ਭਾਈ। ਉਹਦਾ ਹੀ ਗਿਆਨ ਹੈ, ਬਾਣੀ ਸਤਿਗੁਰ ਦਾ ਗਿਆਨ ਹੈ। ਸਤਿਗੁਰ ਵੀ ਉਹਨੂੰ ਹੀ ਕਿਹਾ, ਹਰ ਵੀ ਉਹਨੂੰ ਕਿਹਾ, ਰਾਮ ਵੀ ਉਹਨੂੰ ਕਿਹਾ। ਇਹ ਸਾਰੇ ਉਹਦੇ ਨਾਂ ਸਮਝਾਉਣ ਕਰਕੇ, ਜਿਵੇਂ ਜਿਵੇਂ ਪ੍ਰਚਲਿਤ ਮੱਤਾਂ ਪਿੱਛੇ ਸੀ, ਉਹਨਾਂ ਸਤਿਗੁਰਾਂ ਨੇ ਆਪਾਂ ਨੂੰ ਸੁਖਮਨੀ ਸਾਹਿਬ ਜਿਹੜੀ ਪਹਿਲੀ ਅਸ਼ਟਪਦੀ, ਉੱਥੇ ਸਮਝਾਇਆ ਆਪਾਂ ਨੂੰ ਸੋਧ ਕੇ। ਜਿੰਨੇ ਵੀ ਸਾਰੇ ਨਾਂ ਕੁਦਰਤ ਖਾਤਰ ਵਰਤੇ ਗਏ ਨੇ, ਭਾਵ ਹਰ ਖਾਤਰ ਵਰਤੇ ਗਏ ਨੇ, ਹੁਕਮ ਖਾਤਰ ਵਰਤੇ ਗਏ ਨੇ, ਸਾਰੀ ਸਾਨੂੰ ਜਾਣਕਾਰੀ ਦਿੱਤੀ ਹੈ। ਸਮਝਣ ਖਾਤਰ ਜਿੰਨੇ ਮਾਇਆ ਦੇ ਉਪਦੇਸ਼ ਨੇ, ਸਾਨੂੰ ਸਮਝਣ ਖਾਤਰ ਨੇ, ਉਹ ਛੱਡ ਦੇਣੇ ਨੇ। ਪ੍ਰਾਪਤੀ ਕਾਹਦੀ ਕਰਨੀ ਹੈ? ਨਾਮ ਦੀ। ਅਸੀਂ ਉਹੀ ਭਗਤ ਜੀ ਸਮਝਾਉਂਦੇ, ਅਸੀਂ ਦੂਜਿਆਂ ਨੂੰ ਉਪਦੇਸ਼ ਕਰਨ ਲੱਗਦੇ ਹਾਂ, ਪਰ ਆਪਦਾ ਜੀਵਨ ਸਾਡਾ ਇਹੋ ਜਿਹਾ ਹੀ ਹੁੰਦਾ ਵਾ। ਇਹ ਹੁਣ ਆਪਾਂ ਦੋ ਹੀ ਪੱਖ ਵਿਚਾਰੇ ਨੇ। ਸਲੋਕ ਦੇ ਨਾਲ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆਏਗੀ। ਸੁਖੀ ਬਸੇ ਮਸਕੀਨੀ ਆਪਾਂ ਵਿਚਾਰਿਆ ਵਾ, ਆਪਾਂ ਇਹ ਪ੍ਰਾਪਤੀ ਕਰਨੀ, ਆਪਾਂ ਵੀ ਮਸਕੀਨ ਬਣਨਾ। ਮਸਕੀਨ ਹੁੰਦਾ ਗੁਣਵਾਨ, ਜਿਹਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਈ ਵੀ ਹੋ ਸਕਦਾ, ਉਹ ਨਿਰਭਉ ਜਿਹੜਾ ਹੋ ਜਾਂਦਾ, ਭੈ ਤੋਂ ਰਹਿਤ ਹੋ ਜਾਂਦਾ, ਨਿਰਵੈਰ ਹੋ ਜਾਂਦਾ, ਜਿਹਦਾ ਕਿਸੇ ਨਾਲ ਵੈਰ ਨਹੀਂ। ਬਾਣੀ ਦਾ ਮਾਰਗ ਹੀ ਇਹੀ ਹੈ ਭਾਈ, ਨਾ ਵੈਰੀ ਨਹੀਂ ਕੋਈ ਬਗਾਨਾ, ਸਗਲ ਸੰਗ ਹਮਕੋ ਬਣਾਈ। ਹਿੰਦੂ ਮੁੱਲਾ ਛੋਡੇ ਦਊ, ਹਮਰਾ ਝਗੜਾ ਰਿਹਾ ਨਾ ਕੋਈ। ਇਹ ਝਗੜੇ ਤੋਂ ਪਰੇ ਹੈ ਭਾਈ। ਇਹ ਝਗੜਾ ਤਾਂ ਮੁਕਾਉਂਦੀ ਹੈ ਬਾਣੀ। ਗੁਰਚੇਲੇ ਕੀ ਸੰਧ ਮਿਲਾਵੇ। ਜੋ ਸਾਡੀ ਦੂਰੀ ਪੈ ਗਈ ਹੈ, ਸੰਤ ਪ੍ਰਤਾਪ ਦੁਰੰਤ ਸਭ ਨੱਸੇ। ਸੰਤ ਪ੍ਰਤਾਪ, ਸੰਤ ਦਾ ਗਿਆਨ ਹੈ ਬਾਣੀ। ਜਿਹੜੀ ਸਾਡੀ ਦੂਰੀ ਪੈ ਗਈ ਹੈ, ਦੁਰੰਤ ਤੋਂ ਭਾਵ ਦੂਰੀ, ਉਹ ਖਤਮ ਹੋ ਜਾਂਦੀ ਹੈ। ਕਿਵੇਂ ਹੋਊ? ਅਸੀਂ ਗੁਰਬਾਣੀ ਨੂੰ ਵਿਚਾਰਦੇ ਰਹਿਣਾ, ਸੁਣਦੇ ਰਹਿਣਾ। ਕਿਤੇ ਵੀ ਜਾਈਏ, ਧਾਰਮਿਕ ਸਮਾਗਮਾਂ ਦੇ ਵਿੱਚ ਵੀ, ਕਿਤੇ ਵੀ ਧਾਰਮਿਕ ਪ੍ਰੋਗਰਾਮ ਹੋਣ, ਗੁਰ ਸ਼ਬਦ ਕੰਨੀ ਇਹ ਧਿਆਨ ਰੱਖਣਾ। ਕਿਸੇ ਧਰਮ ਸਥਾਨ 'ਤੇ ਵੀ ਜਾਈਏ, ਬਾਣੀ ਕੰਨੀ ਧਿਆਨ ਰੱਖਣਾ। ਗੱਗਾ ਗੁਰ ਕੇ ਬਚਨ ਵਿਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਤਾਂ ਸਾਨੂੰ ਭਾਈ ਇਹ ਪ੍ਰਾਪਤੀ ਹੋਣੀ ਆ। ਹੁਣ ਆਪਾਂ ਸਲੋਕ ਵਿਚਾਰਿਆ, ਅਤੇ ਹੁਣ ਆਪਾਂ ਇੱਕ ਪਦਾ ਦੇ ਨਾਲ ਵਿਚਾਰ ਲਈਏ। ਜਿਵੇਂ ਪਿੱਛੇ ਆਪਾਂ ਵਿਚਾਰਦੇ ਆਏ ਹਾਂ, ਸਲੋਕ ਦੇ ਨਾਲ ਇੱਕ ਪਦਾ ਵਿਚਾਰ ਕੇ, ਜਿਹੜੇ ਪਦੇ ਹੁੰਦੇ ਆ, ਫਿਰ ਆਪਾਂ ਦੂਏ ਪਾਠ 'ਚ ਕਰਦੇ ਹਾਂ, ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਵੇ ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ। ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸੁਆਰ। ਸਤਿਗੁਰ ਸਮਝਾਉਂਦੇ ਹੈ, ਰਾਜ ਦਾ ਹੰਕਾਰ ਕਿਵੇਂ ਨਹੀਂ ਹੋਊਗਾ ਭਾਈ। ਪਰ ਜਿਹਨੂੰ ਗਿਆਨ ਹੋ ਜਾਂਦਾ, ਉਹਨੂੰ ਹੰਕਾਰ ਨਹੀਂ ਹੁੰਦਾ। ਸੰਸਾਰੀ ਜੀਵ ਹਾਂ ਅਸੀਂ, ਸਾਨੂੰ ਹੰਕਾਰ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਸਤਿਗੁਰਾਂ ਨੂੰ ਸਮਝਾਉਣਾ ਕਿਉਂ ਪਿਆ? ਉਹ ਸਾਰਾ ਕੁਝ ਦੇਖ ਰਹੇ ਨੇ, ਤੈਨੂੰ ਸਮਝਾਇਆ ਉਹਨਾਂ ਨੇ ਕਿ ਰਾਜ ਦੇ ਵਿੱਚ ਹੰਕਾਰ ਹੁੰਦਾ ਹੈ। ਸੰਪਤ ਸਾਡੇ ਕੋਲ ਜ਼ਿਆਦਾ ਆ ਜਾਂਦੀ ਹੈ ਤਾਂ ਵੀ ਅਸੀਂ ਹੰਕਾਰ ਕਰਦੇ ਹਾਂ, ਦੂਏ ਨੂੰ ਤੰਗ ਕਰਨ ਲੱਗ ਜਾਂਦੇ ਹਾਂ। ਸ਼ੁਕਰ ਨਹੀਂ ਕਰਦੇ। ਸ਼ੁਕਰ ਤਾਂ ਕਰਾਂਗੇ ਸਾਨੂੰ ਗਿਆਨ ਹੋਊਗਾ। ਉਹੀ ਸਤਿਗੁਰ ਸਮਝਾਉਂਦੇ ਨੇ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ
ਹੋਵਤ ਸੁਹਾਨ ਕੁੱਤਾ ਬਣਦਾ ਹੈ ਭਾਈ, ਕੁੱਤੇ ਵਾਲਾ ਸੁਭਾਅ ਹੁੰਦਾ ਉਹਦਾ, ਨਰਕਾਂ ਦਾ ਭਾਗੀ ਬਣਦਾ ਵਾ। ਇਹ ਧਿਆਨ ਰੱਖਣਾ, ਆਪਾਂ ਨਰਕ ਜਾਣਾ ਹੈ ਕਿ ਸਵਰਗ ਜਾਣਾ ਹੈ ਕਿ ਆਪਦੇ ਘਰ ਪਹੁੰਚਣਾ ਵਾ। ਸਵਰਗ ਸੱਚਖੰਡ ਕਿਵੇਂ ਪਹੁੰਚਾਂਗੇ ਆਪਾਂ? ਗੁਰ ਕੇ ਚਰਨ ਨਾਲ। ਬਾਣੀ ਗੁਰ ਕੇ ਚਰਨ ਹੈ, ਗੁਰ ਕੇ ਚਰਨ ਨੇ ਜਿਹੜੇ। ਇਹ ਰਸਤਾ ਕਿੱਥੇ ਪਹੁੰਚਦਾ? ਸੱਚਖੰਡ। ਚਰਨ ਚੱਲੋ ਮਾਰਗ ਗੋਬਿੰਦ, ਗੋਬਿੰਦ ਤੱਕ ਪਹੁੰਚਣ ਦਾ ਇਹ ਮਾਰਗ ਹੈ ਭਾਈ, ਇਹ ਵਿਧੀ ਹੈ। ਇਹ ਆਤਮਾ ਦੇ ਚਰਨ ਨੇ, ਗੁਣਾ ਨਾ ਜਾਊਗੀ ਉੱਥੇ ਭਾਈ। ਕੋਈ ਸਤਿਗੁਰ ਸਮਝਾਉਂਦੇ ਨੇ ਆਪ, ਜਿਸਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋਤ ਸਵਾਨ। ਨਰਕਾਂ ਦਾ ਭਾਗੀ ਬਣਦਾ ਹੈ ਭਾਈ। ਇੱਥੇ ਵੀ ਉਹਦਾ ਸੁਭਾਅ ਕੁੱਤੇ ਵਰਗਾ ਹੈ, ਲਾਲਚੀ ਹੈ। ਸਰੀਰ ਕਰਕੇ ਨਹੀਂ, ਸੁਭਾਅ ਕਰਕੇ ਸਤਿਗੁਰ ਸਮਝਾਉਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਆਪਾਂ ਦੇਖਦੇ ਹਾਂ ਭੇਖ ਕਰਕੇ ਬੜੇ ਬੜੇ ਪ੍ਰਚਾਰਕ, ਆਪਦੇ ਆਪ ਨੂੰ ਉੱਚੇ ਰੁਤਬੇ ਮੰਨਣ ਵਾਲੇ, ਉੱਚੇ ਦਾਅਵੇ ਕਰਨੇ ਵਾਲੇ, ਆਪਦੇ ਆਪ ਨੂੰ ਪੂਰਨ ਮੰਨਦੇ ਨੇ, ਸਾਰੀਆਂ ਕਲਾ ਪੂਰਨ ਮੰਨਦੇ ਨੇ, ਸਪੂਰਨ ਮੰਨਦੇ ਨੇ, ਆਪਦੇ ਆਪ ਨੂੰ 32 ਸੁਲੱਖਣਾ ਮੰਨਦੇ ਨੇ। ਪਰ ਸਤਿਗੁਰ ਕੀ ਸਮਝਾਉਂਦੇ ਨੇ? ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਉਹ ਵਿਸ਼ਟਾ ਕਾ ਜੰਤ ਹੁੰਦਾ ਹੈ ਭਾਈ, ਫਿਰ ਉਹਨੂੰ ਜੰਮਣ ਮਰਨ ਨੂੰ ਜਾਣਾ ਪੈਂਦਾ ਵਾ, ਕਿਉਂ ਉਹਦੇ ਅੰਦਰ ਮੈਂ ਆ ਗਈ, ਹੰਕਾਰ ਪੈਦਾ ਹੋ ਗਿਆ ਨਾ। ਕੁਦਰਤ ਨੇ ਜੋ ਦਿੱਤਾ ਉਹਨੂੰ, ਸੰਸਾਰੀ ਵਡਿਆਈ ਸੰਪਤ, ਜੋ ਵੀ ਉਹਦੀ ਸ਼ੋਭਾ, ਉਹਦਾ ਸ਼ੁਕਰ ਨਹੀਂ ਕੀਤਾ ਉਹਨੇ, ਹੰਕਾਰ ਹੋ ਗਿਆ। ਹੰਕਾਰ ਹੋਣਾ ਹੀ ਸੀਗਾ, ਗਿਆਨ ਨਹੀਂ ਹੈਗਾ। ਦਾਨ ਪੁੰਨ ਕਰਕੇ ਵੀ ਸਾਨੂੰ ਹੰਕਾਰ ਹੁੰਦਾ ਹੈ, ਕਦੇ ਵੀ ਨਹੀਂ ਇਹ ਹੋ ਸਕਦਾ ਸਾਨੂੰ ਹੰਕਾਰ ਨਾ ਹੋਵੇ। ਬਹੁਤ ਲੋਕ ਧਰਮ ਦੇ ਨਾਂ 'ਤੇ ਠੱਗਦੇ ਨੇ, ਕਹਿੰਦੇ ਨੇ ਇੱਧਰਲੇ ਹੱਥ ਨੂੰ ਨਾ ਪਤਾ ਲੱਗੇ, ਹੱਥ ਥੋੜ੍ਹੀ ਪਾਈ ਚੱਕਦੇ ਨੇ, ਹੱਥ ਥੋੜ੍ਹੀ ਦਿੰਦੇ ਨੇ, ਤਾਂ ਅੰਦਰੋਂ ਜਿਵੇਂ ਹੁਕਮ ਹੁੰਦਾ ਉਵੇਂ ਹੱਥ ਉੱਠਦੇ ਨੇ ਭਾਈ। ਤੀਰਥ ਵਰਤ ਔਰ ਦਾਨ ਕਰ ਮਨ ਮੇ ਤਰੇ ਗੁਮਾਨ, ਸਭ ਨੇਫਲ ਜਾਤ ਹੈ ਜਿਉਂ ਪੂੰਚੇ ਰਸਨਾਨ। ਸਾਡਾ ਐਵੇਂ ਦਾਨ ਪੁੰਨ ਕਰਿਆ ਚੱਲਿਆ ਜਾਂਦਾ ਹੈ ਜਿਵੇਂ ਹਾਥੀ ਨਹਾ ਕੇ ਖੇਚ ਲਿਬੜਦਾ ਵਾ। ਕਿ ਸਤਿਗੁਰ ਕੀ ਸਮਝਾਉਂਦੇ ਨੇ? ਆਪਸ ਕੋ ਕਰਮਵਤ ਕਹਾਵੇ, ਜਨਮ ਮਰੇ ਬੋ ਜੋਨ ਪਰਮਾਵੇ। ਸਤਿਗੁਰ ਸਮਝਾਉਂਦੇ ਆ ਜਿਹੜਾ ਆਪਦੇ ਆਪ ਨੂੰ ਬਹੁਤ ਦਾਨੀ ਪੁੰਨੀ, ਕੁਦਰਤ ਦੀ ਦਿੱਤੀ ਹੋਈ ਸੰਪਤ ਨੂੰ ਵੱਡਾ ਮੰਨਦਾ ਹੈ ਵੀ ਮੈਂ ਦਾਨ ਕਰ ਰਿਹਾ, ਮੈਂ ਵੰਡ ਰਿਹਾ ਵਾਂ, ਮੈਂ ਕਿਸੇ 'ਤੇ ਕਰਮ ਕਿਰਪਾ ਕਰ ਸਕਦਾ, ਆਪਦੇ ਆਪ ਨੂੰ ਵੱਡਾ ਗਿਆਨੀ ਧਿਆਨੀ ਮੰਨਦਾ ਵਾ। ਕੀ ਸਮਝਾਉਂਦੇ ਆ ਸਤਿਗੁਰ? ਦੇਖ ਲਓ ਫਿਰ ਭਾਈ। ਜਨਮ ਮਰੇ ਬਹੁਤ ਜੋਨ ਪਰਮਾਵੇ। ਕਾਹਦੀ ਸਜ਼ਾ ਲੱਗਦੀ ਆ ਭਾਈ ਉਹਨੂੰ? ਬਹੁਤ ਜੂਨੀਆਂ 'ਚ ਘੁੰਮਣਾ ਪੈਂਦਾ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ ਹੈਗੀ, ਸ਼ੁਕਰ ਕਰਨਾ। ਸ਼ੁਕਰ ਕਿਵੇਂ ਕਰਾਂਗੇ? ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਵੇ। ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ, ਮਨ ਟਿੱਕੇ ਤੋਂ ਬਿਨਾਂ ਆਪਾਂ ਨੂੰ ਕਾਲ ਨਹੀਂ ਛੱਡਣਾ। ਜੋ ਅਸੀਂ ਦੇਖ ਰਹੇ ਹਾਂ ਸੰਸਾਰ, ਇਹ ਕੀ ਹੈ? ਚੌਪਈ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣ 10ਵੇਂ ਪਾਤਸ਼ਾਹ ਦੇ, ਸਗਲ ਕਾਲ ਕਾ ਕੀਆ ਤਮਾਸਾ ਹੈ। ਕਾਲ ਦਾ ਤਮਾਸਾ ਭਾਈ, ਜਿੱਥੇ ਜੀ ਕਰੂਗਾ ਮਾਰੂਗਾ। ਕਾਲ ਤੋਂ ਛੁਟਕਾਰਾ ਪਾਉਣਾ ਆਪਾਂ। ਸੁਖਮਨੀ ਸਾਹਿਬ ਪਹਿਲੀ ਅਸ਼ਟਪਦੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਨ ਟਰੇ। ਕਾਲ ਭਾਵ ਸਮੇਂ ਤੋਂ ਮੁਕਤ ਹੋ ਜਾਂਦਾ ਜੀਵ, ਜੰਮਣ ਮਰਨ ਕੱਟਿਆ ਜਾਂਦਾ। ਸਿਮਰਨ ਕੀ ਹੁੰਦਾ? ਸਿਮਰਨ ਹੁੰਦੀ ਹੈ ਸੋਝੀ। ਜਦੋਂ ਗੁਰ ਸ਼ਬਦ ਨੂੰ ਅਸੀਂ ਵਿਚਾਰਦੇ ਹਾਂ, ਜਿਹੜਾ ਉਸ ਤੋਂ ਸਾਨੂੰ ਗਿਆਨ ਪੈਦਾ ਹੁੰਦਾ, ਉਹ ਸੋਝੀ ਹੁੰਦੀ ਹੈ, ਉਹਨੂੰ ਸਿਮਰਨ ਕਿਹਾ ਬਾਣੀ ਵਿੱਚ। ਉਹ ਸਿਮਰਨ ਅਸੀਂ ਮਨ ਨੂੰ ਘੂਰ ਕੇ ਰੱਖਣਾ। ਪ੍ਰਭ ਕੇ ਸਿਮਰਨ ਜਪ ਤਪ ਪੂਜਾ। ਸਿਮਰਨ ਸੋਝੀ ਤੋਂ ਬਾਅਦ ਹੀ ਅਸੀਂ ਮਨ ਨੂੰ ਘੂਰ ਸਕਦੇ ਹਾਂ। ਜਪ ਤੋਂ ਭਾਵ ਵਿਚਾਰਨਾ, ਤਪ ਮਨ ਨੂੰ ਘੂਰ ਕੇ ਰੱਖਣਾ, ਬੁਰਾਈਆਂ ਤੋਂ ਵਰਜ ਕੇ ਰੱਖਣਾ, ਭਾਣੇ 'ਚ ਰੱਖਣਾ ਉਹਨੂੰ, ਪੂਜਾ ਫਿਰ ਹੁਕਮ 'ਚ ਉਹਦਾ ਜਸ ਕਰਦਾ ਵਾ। ਇਹ ਆਪਾਂ ਨੂੰ ਕਿਵੇਂ ਪ੍ਰਾਪਤੀ ਹੋਊਗੀ? ਸੁਣਦੇ ਵਿਚਾਰਦੇ ਰਹਾਂਗੇ, 'ਚੋਂ ਗਿਆਨ ਪੈਦਾ ਹੋਊਗਾ। ਪਹਿਲਾ ਪਦਾਰਥ ਆਪਣਾ, ਇਹ ਆਪਾਂ ਨੂੰ ਨਾ ਪ੍ਰਾਪਤੀ ਹੋਵੇ ਕਦੇ ਵੀ ਨਹੀਂ ਹੋ ਸਕਦਾ। ਬਾਣੀ ਸੱਚੀ ਹੈ, ਝੂਠਾ ਜੋ ਨਾ ਵਿਚਾਰੇ। ਅਸੀਂ ਝੂਠੀਆਂ ਵਿਚਾਰਦੇ ਨਹੀਂ ਹੈਗੇ। ਰੋਜ਼ ਸ਼ਲੋਕ ਪੜ੍ਹਦੇ ਵੀ ਹੈ, ਜੋ ਪ੍ਰਭ ਕੋ ਮਿਲਵਾ ਚਾਹੇ ਖੋ ਸ਼ਬਦ ਮੈਂ ਲਿਆਓ। ਭਾਈ ਜੇ ਕਿਸੇ ਨੇ ਪ੍ਰਾਪਤੀ ਕਰਨੀ ਹੈ, ਕੁਦਰਤ ਦਾ ਦਰਸ਼ਨ ਕਰਨਾ, ਭਾਵ ਆਪਣੇ ਹਰ ਮੂਲ ਦਾ ਪਹਿਲਾਂ ਦਰਸ਼ਨ ਹੋਊ, ਫਿਰ ਕੁਦਰਤ ਭਾਵ ਨਾਮ ਹੁਕਮ ਦਾ ਹੋਊਗਾ, ਤਾਂ ਫਿਰ ਆਪਾਂ ਇਹ ਪ੍ਰਾਪਤੀ ਕਰਨੀ ਹੈ ਤਾਂ ਆਪਾਂ ਨੂੰ ਭਗਤੀ ਕਰਨੀ ਪਊਗੀ। ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਦਾ ਵਿਸ਼ਾ ਵਾ। ਧਿਆਨ ਲਾਉਣਾ। ਧਿਆਨ ਕੀ ਹੈ? ਗਿਆਨ ਹੀ ਫਿਰ ਸਾਡਾ ਧਿਆਨ ਬਣ ਜਾਂਦਾ। ਧਿਆਨ ਤੋਂ ਬਾਅਦ ਹੀ ਫਿਰ ਇਹ ਖੇਲ ਬੁੱਝੀ ਜਾਣੀ ਹੈ। ਪ੍ਰਭ ਮੇਰੇ ਕਾ ਬੜ ਤਮਾਸਾ, ਵੱਡਾ ਤਮਾਸਾ। ਸਾਡੀ ਮਨ ਬੁੱਧੀ ਬਹੁਤ ਛੋਟੀ ਹੈ, ਅੰਸ਼ ਰੂਪ ਹੈ। ਅਸੀਂ ਉਹਦੀ ਕਾਮ ਦੀ ਅੰਸ਼ ਹੈ, ਪਰ ਆਪਦੇ ਆਪ ਨੂੰ ਵੱਡਾ ਮੰਨੀ ਬੈਠੇ ਹਾਂ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਜਿੱਦਣ ਇਹ ਜੀਵ ਮੰਨ ਲੈਂਦਾ ਹੈ, ਇਹਨੂੰ ਜਿਹੜਾ ਹੈਗਾ ਗੁਰ ਸ਼ਬਦ 'ਚੋਂ ਗਿਆਨ ਹੋ ਜਾਂਦਾ, ਇਹਨੂੰ ਮੁਕਤੀ ਮਿਲ ਜਾਂਦੀ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਅਸੀਂ ਵੀ ਮਸਕੀਨ ਬਣੀਏ।
ਜਨਮ ਮਰੇ ਬਹੁ ਜੋਨ ਭਰਮਾਵੇ। ਸਤਿਗੁਰੂ ਇਹ ਸਮਝਾਉਂਦੇ ਨੇ, ਆਪਸ ਕੋ ਜੋ ਕਰਮ ਵੱਤ ਕਹਾਵੇ, ਜੋ ਕਹਿੰਦੇ ਅਸੀਂ ਆਪਸ ਕੋ ਜੋ ਭਲਾ ਕਹਾਵੇ ਅੱਗੇ ਆ ਜਾਣਾ ਆਪਾਂ ਨੂੰ। ਜੋ ਲੋਕਾਂ 'ਤੇ ਕਰਮ ਕਰਦੇ ਨੇ, ਵਾਅਦੇ ਕਰਦੇ ਨੇ, ਨਹੀਂ ਪਾਈ। ਜਨਮ ਮਰੇ ਬਹੁ ਜੋਨ ਭਰਮਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਧਨ ਭੂਮ ਕਾ ਜੋ ਕਰੇ ਗਵਾਨ, ਸੋ ਮੂਰਖ ਅੰਧਾ ਅਗਿਆਨ। ਅਗਿਆਨੀ ਹੈ, ਉਹਨੂੰ ਗਿਆਨ ਨਹੀਂ ਹੈਗਾ ਭਾਈ, ਅੰਨਾ ਵਾ। ਇਦੋਂ ਪਹਿਲਾਂ ਕਿਸੇ ਦੀ ਸੀਗੀ, ਅੱਜ ਆਪਣੀ ਹੈ, ਕੱਲ੍ਹ ਨੂੰ ਕਿਸੇ ਦੀ ਹੋਰ ਹੋ ਜਾਣੀ ਹੈ। ਸਾਨੂੰ ਕੁਛ ਟਾਈਮ ਲਈ ਮਿਲੀਏ, ਜੀਵਤਾ ਪ੍ਰਾਹੁਣਾ ਹੈ, ਹੋਏ ਨਿਵਾਣਾ ਜਗ ਰਹੇ ਦਰਗੇ ਮਾਣ ਨਿਵਾਣਾ ਪਾਵੇ। ਤਾਂ ਕੁਛ ਟਾਈਮ ਲਈ ਅਸੀਂ ਆਏ ਹਾਂ, ਸਾਨੂੰ ਵਰਤਣ ਨੂੰ ਦਿੱਤਾ ਕੁਦਰਤ ਨੇ ਸਾਰਾ ਕੁਛ, ਮਾਇਆ ਦਾ ਵੀ, ਆਤਮਾ ਕਰਕੇ ਵੀ ਉਹਦੀ ਕਿਰਪਾ। ਦੋ ਹੀ ਸਿਰਿਆਂ ਕਾ ਆਪ ਸੁਆਮੀ, ਦੋਨਿਆਂ ਦਾ ਸਿਰਿਆਂ ਦਾ ਮਾਲਕ ਆਪ ਹੈ। ਉਹਦੀ ਮਰਜ਼ੀ ਤੋਂ ਕੋਈ ਕੁਛ ਨਹੀਂ ਲੈ ਸਕਦਾ। ਪਰ ਅਸੀਂ ਅਗਿਆਨੀ ਹੋਣ ਕਰਕੇ, ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਹੰਕਾਰ ਜ਼ਰੂਰ ਕਰ ਲੈਂਦੇ ਹਾਂ। ਉਹੀ ਸਤਿਗੁਰ ਸਮਝਾਉਂਦੇ ਨੇ, ਧਨ ਭੂਮਿਕਾ ਜੋ ਕਰੇ ਕਮਾਨ, ਸੋ ਮੂਰਖ ਅੰਧਾ ਅਗਿਆਨ। ਅਗਿਆਨੀ ਹੈ, ਮੂਰਖਾਂ ਨੂੰ ਗਿਆਨ ਨਹੀਂ ਹੈਗਾ ਸਾਰਾ ਕੁਛ ਕਿਹਨੇ ਬਣਾਇਆ। ਮਾਇਆ ਤਾਂ ਉਹਨੇ ਸਾਰੀ ਪੈਦਾ ਕੀਤੀ, ਉਹਦੇ ਵੱਸ 'ਚ ਹੈ ਭਾਈ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਸਤਿਗੁਰ ਸਮਝਾਉਂਦੇ ਆ ਭਾਈ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ। ਗਰੀਬੀ ਤੋਂ ਭਾਵ ਜਿਹੜਾ ਵੀ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲੂਗਾ, ਉਹਦਾ ਮਨ ਭਾਣੇ 'ਚ ਆ ਜਾਊਗਾ, ਨੀਵਾਂ ਹੋ ਜਾਊਗਾ। ਨੀਵਾਂ ਹੋਣ ਤਾਂ ਕੋਈ ਲੜਾਈ ਨਹੀਂ ਪਾਈ, ਲੜਾਈ ਤਾਂ ਵੱਡੇ ਹੋਣ ਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਇਹੀ ਤਾਂ ਕਿਰਪਾ ਲੈਣੀ ਹੈ, ਮਨ ਸਾਡਾ ਭਾਣੇ 'ਚ ਆ ਜੇ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਆਇਆ ਨਾ, ਉਹੀ ਮੁਕਤੀ ਆ ਗਈ। ਗਿਆਨ ਨਾਲ ਮਨ ਨੀਵਾਂ ਹੋ ਜਾਂਦਾ, ਫਿਰ ਇਹਨੂੰ ਮੁਕਤੀ ਮਿਲ ਜਾਂਦੀ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋ ਜਾਂਦੀ, ਸੁੱਖ ਸਾਗਰ ਚਲੇ ਜਾਂਦੇ ਹਾਂ ਅਸੀਂ, ਸੁੱਖਾਂ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਹੈ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਇਹ ਆਪਾਂ ਇੱਕ ਸਲੋਕ 'ਤੇ ਇੱਕ ਪਦਾ ਵਿਚਾਰਿਆ ਵਾ, ਪਹਿਲਾ ਪਾਰਟ ਆ, ਦੂਜਾ ਪਾਰਟ 'ਚ ਆਪਾਂ 7 ਪਦੇ ਵਿਚਾਰਾਂਗੇ। ਆਪਾਂ ਪੂਰੇ ਦੋ ਹੀ ਪੱਖਾਂ ਨੂੰ ਵਿਚਾਰਨਾ ਵਾ। ਜਿੰਨੀ ਕੁ ਆਪਾਂ ਨੂੰ ਕੁਦਰਤ ਨੇ ਮੱਤ ਬਖਸ਼ੀ ਆ, ਇਹ ਸਾਰਿਆਂ ਨੇ ਆਪਾਂ ਪ੍ਰਾਪਤ ਕਰਨੀ ਹੈ, ਤਾਂਹੀਓ ਆਪਣਾ ਕਾਲ ਤੋਂ ਛੁਟਕਾਰਾ ਹੋਊਗਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਜੇ ਭਾਈ ਕਿਸੇ ਨੇ ਦੁੱਖ ਜੰਮਣ ਮਰਨ ਮਿਟਾਉਣਾ, ਆਪਦਾ ਗਗਨ ਮਿਟਾਉਣਾ, ਆਓ ਸਾਰੇ ਮਿਲ ਕੇ ਸਤਿਗੁਰ ਦੀ ਸ਼ਰਨ ਚੱਲੀਏ। ਸੰਸਾਰੀ ਤਿਆਗ ਕਰਕੇ ਆਪਦੀ ਮੱਤ ਦਾ, ਫਿਰ ਸਤਿਗੁਰ ਦੀ ਸ਼ਰਨ 'ਚ ਆਇਆ ਜਾਂਦਾ ਵਾ। ਸਤਿਗੁਰ ਕੋਈ ਸਰੀਰ ਦਾ ਨਾਂ ਨਹੀਂ ਹੈਗਾ, ਸਤਿਗੁਰ ਇੱਕ ਜੋਤ ਹੈ। ਸਤਿਗੁਰ ਮੇਰਾ ਸਦਾ ਸਦਾਓ, ਆਵੇ ਨਾ ਜਾਈਓ, ਵਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਈਓ। ਸਤਿਗੁਰ ਜਾਗਤਾ ਹੈ ਦੇ, ਉਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ। ਉਹਦਾ ਦਰਸ਼ਨ ਕਰਨਾ ਪਰ ਮਨ ਬੁੱਧੀ ਨੇ ਕਰਨਾ। ਅਸੀਂ ਅੱਖਾਂ ਨਾਲ ਗਲਤੀ ਕਰੀ ਜਾਂਦੇ ਹਾਂ, ਅਸੀਂ ਬਾਹਰ ਪਾਲਦੇ ਹਾਂ, ਨਹੀਂ ਭਾਈ ਇਹ ਗਲਤੀ ਨਹੀਂ ਕਰਨੀ। ਉਹਦੀ ਕਿਰਪਾ ਰਹਿਮਤ ਲੈਣੀ ਹੈ। ਗੁਰਸ਼ਬਦ ਦੀ ਵਿਚਾਰ 'ਚ ਅਸੀਂ ਲੱਗੇ ਰਹਿਣਾ, ਕੀਰਤਨ ਵੀ ਸੁਣਦੇ ਰਹਿਣਾ, ਵਿਚਾਰਦੇ ਰਹਿਣਾ, ਉਹ 'ਚੋਂ ਗਿਆਨ ਸਾਨੂੰ ਮਿਲਦਾ ਰਹੂਗਾ, ਮਨ ਥਿਰ ਹੋ ਜਾਊਗਾ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਿਹੜਾ ਸਾਡਾ ਕਾਜ ਹੈ ਆਤਮਾ ਤੇ ਪ੍ਰਾਤਮਾ ਇੱਕ ਹੋਣ ਦਾ, ਉਹ ਸਿਰੇ ਚੜੂਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਮਸਕੀਨ ਵਾਲੇ ਗੁਣ ਪੈਦਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।